ਜਾਣਾ ਸੀ। ਹੁਣ 3 ਆਰਡੀਨੈਂਸ ਜਿਹੜੇ ਜਾਰੀ ਹੋਏ ਆ ਜੀ ਖੇਤੀਬਾੜੀ ਦੇ ਨਾਲ ਸੰਬੰਧਿਤ, ਉਹਦੇ ਵਿੱਚੋਂ 2 ਆ ਤੇ ਇੱਕ ਹੋਰ ਤਰੀਕੇ ਦਾ। ਜੇ ਪੰਜਾਬ ਦਾ ਕੋਈ ਬੰਦਾ ਹੱਟੀ ਤੇ ਬੈਠੇ ਲਾਲਾ ਜੀ, ਆੜਤ ਤੇ ਬੈਠੇ ਆੜਤੀਆ ਸਾਹਿਬ, ਫੈਕਟਰੀ ਦੇ ਮਾਲਕ ਸਾਹਿਬ ਤੇ ਫੈਕਟਰੀ ਦੇ ਮਜ਼ਦੂਰ, ਰੇੜੀ ਲਾਉਣ ਵਾਲਾ ਬੰਦਾ ਤੇ ਦੁਕਾਨਦਾਰ, ਵਪਾਰੀ, ਉਦਯੋਗਪਤੀ, ਭੱਠੇ ਤੇ ਕੰਮ ਕਰਨ ਵਾਲਾ ਜਾਂ ਭੱਠੇ ਦਾ ਮਾਲਕ, ਜਾਣੀ ਕਿ ਪੰਜਾਬ ਦਾ ਏ ਤੋਂ ਲੈ ਕੇ ਜ਼ੈਡ ਤੱਕ, ਊੜੇ ਤੋਂ ਲੈ ਕੇ ਡਾੜੇ ਤੱਕ ਜਿਹੜਾ ਮਰਜੀ ਬੰਦਾ ਹੈ, ਜੇ ਉਹ ਇਹ ਮੰਨੇ ਕਿ ਨਾ ਸਾਨੂੰ ਕੀ ਫਰਕ ਹੈ ਖੇਤੀਬਾੜੀ ਵਾਲਿਆਂ ਦਾ, ਤਾਂ ਤੁਸੀਂ ਬਿਲਕੁਲ ਗਲਤ ਸੋਚਦੇ ਹੋ ਤੇ ਗਲਤ ਸੋਚਣਾ ਬੰਦ ਕਰ ਦਿਓ, ਕਿਉਂਕਿ ਪੰਜਾਬ ਦੇ ਉਸ ਨਿੱਗਰ ਨਜ਼ਰ ਆਉਂਦੇ ਚਗਾਠ ਦੇ ਵਿੱਚੋਂ ਬੂਰਾ ਬਾਹਰ ਆਉਣ ਵਾਲਾ ਹੈ। ਜੇ ਬੈਨੀਪਾਲ ਸਾਹਿਬ ਸਾਡੇ ਲੀਡਰ ਅੱਜ ਵੀ ਆਪਣਾ ਆਹੀ ਕੰਮ ਕਰਦੇ ਰਿਹਾ ਤਾਂ ਸਮਝ ਲਓ ਕਿ ਪੰਜਾਬ ਥਾਲੀ ਚ ਪਰੋਸ ਕੇ ਇਹਨਾਂ ਨੇ ਦੇ ਦਿੱਤਾ। ਜਾਣਾ ਕਿਤੇ ਨਹੀਂ, ਹੱਦਾਂ ਸਰਹੱਦਾਂ ਇਹੀ ਰਹਿਣੀਆਂ, ਸੜਕ ਇਹੀ ਰਹਿਣੀ ਹੈ, ਤੁਹਾਡੇ ਘਰ ਇਹੀ ਰਹਿਣੇ, ਪਰ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ। ਹੁਣ ਕਾਰਨ ਕੀ ਹੈ? ਅੱਜ ਇੱਕ ਬਿਆਨ ਆਇਆ ਸੁਨੀਲ ਜਾਖੜ ਸਾਹਿਬ ਦਾ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ। ਮੈਂ ਸੋਚ ਰਿਹਾ ਸੀ ਕਿ ਬਿਆਨ ਤਾਂ ਚੰਗਾ, ਆਪਾਂ ਕੱਲ ਨਿਤਿਨ ਗਡਕਰੀ ਸਾਹਿਬ ਦੇ ਬਿਆਨ ਦੀ ਗੱਲ ਕੀਤੀ ਸੀ। ਉਹ ਕਹਿੰਦੇ ਕਿ ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ ਫਸਲ ਦਾ ਖਤਮ ਕਰ ਦਿਓ। ਪੰਜਾਬ ਹਰਿਆਣੇ ਦਾ ਜ਼ਿਕਰ ਕੀਤਾ ਕਿ ਨਹੀਂ ਤਾਂ ਵਿੱਤੀ ਵਿਵਸਥਾ ਤਬਾਹ ਹੋ ਜੂ ਦੇਸ਼ ਦੀ, ਲਪੇਟ ਕੇ ਕਿਹਾ। ਹੁਣ ਜਾਖੜ ਸਾਹਿਬ ਕਹਿੰਦੇ ਕਿ ਦੇਖੋ ਅਕਾਲੀਓ ਵਜ਼ੀਰੀ ਦਾ ਮੋਹ ਛੱਡ ਦਿਓ, ਕਿਉਂਕਿ ਤੁਹਾਡੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਨੇ, ਸਪਸ਼ਟ ਕਰੋ। ਹੁਣ ਤਾਂ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ, ਹੁਣ ਤਾਂ ਖਿੱਦੋ ਚੋਂ ਲੀਰਾਂ ਬਾਹਰ ਆ ਗਈਆਂ, ਹੁਣ ਤਾਂ ਪਤਾ ਲੱਗ ਗਿਆ ਕਿ ਸਾਡੀ ਕੇਂਦਰ ਦੀ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਖਤਮ ਕਰਨ ਵਾਲੀ ਹੈ, ਫਸਲ ਦੀ ਖਰੀਦ ਜਿਹੜੀ ਮੰਡੀ ਚੋਂ ਜ਼ਰੂਰੀ ਸੀ ਉਹ ਖਤਮ ਕਰਨ ਵਾਲੀ ਹੈ। ਗੱਲ ਠੀਕ ਆਖੀ ਹੈ ਜਾਖੜ ਸਾਹਿਬ ਨੇ, ਪਰ ਜਾਖੜ ਸਾਹਿਬ ਗੱਲ ਇੱਥੇ ਮੁੱਕਦੀ ਨਹੀਂ। ਇਹਦੇ ਤੋਂ ਬਿਨਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਉਹ ਕਹਿੰਦੇ ਨਕਲੀ ਬੀਜਾਂ ਦਾ ਰੌਲਾ ਰੱਪਾ ਪਾਈ ਜਾਂਦੇ ਹੋ, ਤਾਂ 350 ਕਰੋੜ ਦਾ ਮਸਲਾ, ਉਹਦੇ ਤੋਂ ਵੱਡਾ ਮਸਲਾ ਆ ਘੱਟੋ ਘੱਟ ਕੀਮਤ ਜਿਹੜੀ ਖਤਮ ਹੋ ਜਾਣੀ, ਖਰੀਦ ਖਤਮ ਹੋ ਜਾਣੀ, ਉਹਦਾ ਅਕਾਲੀ ਦਲ ਸਥਿਤੀ ਸਪਸ਼ਟ ਕਰੇ। ਕਰ ਦੂਗਾ ਅਕਾਲੀ ਦਲ ਸਥਿਤੀ ਸਪਸ਼ਟ। ਜੇ ਬੀਬੀ ਬਾਦਲ ਵਜ਼ਾਰਤ ਦੇ ਵਿੱਚੋਂ ਅਸਤੀਫਾ ਦੇ ਕੇ ਬਾਹਰ ਵੀ ਆ ਜਾਣ, ਨਾ ਵੀ ਦੇਣ, ਫਰਕ ਕੀ ਪੈਂਦਾ? ਰੌਲਾ ਇਸ ਗੱਲ ਦਾ ਸੀ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਤੇ ਹਰਿਆਣੇ ਦਾ। ਬੈਨੀਪਾਲ ਸਾਹਿਬ, ਪੰਜਾਬ ਦੇ ਸਾਰੇ ਐਮਪੀ, ਹਰਿਆਣੇ ਦੇ ਸਾਰੇ ਐਮਪੀ ਹੁਣ ਨੂੰ ਇਕੱਠੇ ਚਾਹੀਦੇ ਸੀ। ਹੁਣ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਹੁੰਦੀਆਂ, ਹੁਣ ਨੂੰ ਦਿੱਲੀ ਦਰਬਾਰ ਜਾ ਕੇ ਕਿਹਾ ਹੁੰਦਾ, ਹੁਣ ਨੂੰ ਸਾਰੇ ਐਮਐਲਏ ਤੇ ਸਾਰੇ ਐਮਪੀ ਅਸਤੀਫੇ ਲਿਖ ਕੇ ਉੱਥੇ ਦਿੱਤੇ ਹੁੰਦੇ, ਹੁਣ ਨੂੰ ਸਰਕਾਰੀ ਸਹੂਲਤਾਂ ਵਾਪਸ ਕੀਤੀਆਂ ਹੁੰਦੀਆਂ, ਮੂੰਹ ਦੇ ਉੱਤੇ ਮਾਸਕ ਲਾ ਕੇ। ਹੁਣ ਤਾਂ ਕਹਿੰਦੇ ਕਿ ਭਾਈ ਸਾਡੀ ਭੁੱਖ ਹੜਤਾਲ ਆ, ਜੇ ਆ ਸਾਰਾ ਕੁਝ ਕੀਤਾ ਤਾਂ ਔਖਾ। ਇਹ ਗੱਲ ਸੱਚ ਹੈ ਕਿ ਇਹ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦਾ ਮਸਲਾ ਸਰਕਾਰਾਂ ਲਈ ਚਲਾਉਣਾ ਸੌਖਾ ਨਹੀਂ। ਸਾਡੀ ਕੇਂਦਰ ਦੀ ਸਰਕਾਰ ਔਖੀ ਆ, ਮੰਨਦੇ ਆ, ਪਰ ਲੋਕਤੰਤਰੀ ਸਰਕਾਰ ਕਾਦੀ ਜੀ ਉਹਨਾਂ ਨੂੰ ਪਤਾ ਨਹੀਂ। ਹੁਣ ਬੈਨੀਪਾਲ ਸਾਹਿਬ 5-6 ਧੱਕੇ ਨੇ, ਸਾਨੂੰ ਸਮਝਣਾ ਪਊਗਾ ਕਿ ਸਾਡੇ ਨਾਲ ਹੋਏ ਆ। ਪਹਿਲੀ ਗੱਲ ਕਿ ਜਦੋਂ 1947 ਤੋਂ ਬਾਅਦ ਦੇਸ਼ ਦੇ ਕੋਲੇ ਕਣਕ ਨਹੀਂ ਸੀ, ਲੋਕਾਂ ਦਾ ਢਿੱਡ ਭਰਨ ਜੋਗਾ ਅਨਾਜ ਨਹੀਂ ਸੀ, ਅਸੀਂ ਅਮਰੀਕਿਓਂ ਵੀ ਮੰਗਾਉਂਦੇ ਸੀ। ਉਦੋਂ ਕਿਹਾ ਗਿਆ ਕਿ ਤੁਸੀਂ ਖਾਦਾਂ ਪਾਓ, ਉਦੋਂ ਕਿਹਾ ਗਿਆ ਕਿ ਤੁਸੀਂ ਆ ਕੀਟਨਾਸ਼ਕ ਉਪਜ ਵਧਾਓ, ਹਾਂ ਉਪਜ ਵਧਾਓ, ਜੋ ਮਰਜ਼ੀ ਕਰੋ। ਅਸੀਂ ਧਰਤੀ ਮਾਂ ਦੀ ਕੁੱਖ ਪੰਜਾਬ ਤੇ ਹਰਿਆਣੇ ਵਾਲਿਆਂ ਨੇ ਗੰਦਲੀ ਕੀਤੀ, ਪੱਲੇ ਸਾਡੇ ਕੱਖ ਨਹੀਂ ਰਿਹਾ। ਅਸੀਂ ਦੇਸ਼ ਨੂੰ ਭੁੱਖੇ ਮਰਨ ਤੋਂ ਬਚਾਇਆ। ਦੇਸ਼ ਦੀ ਕਰੰਸੀ ਜਦੋਂ ਅਨਾਜ ਬਾਹਰੋਂ ਖਰੀਦਦੇ ਸੀ ਤਾਂ ਉਧਰ ਜਾਂਦੀ ਸੀ, ਅਸੀਂ ਉਹ ਬਾਹਰ ਜਾਣੋਂ ਬਚਾਈ। ਪਰ ਹੋਇਆ ਕੀ? ਕਮਾਲ ਹੋਈ, ਬੜੀ ਤਕੜੀ ਕਮਾਲ ਹੋਈ। ਗਡਕਰੀ ਸਾਹਿਬ ਕਹਿੰਦੇ ਆ ਕਿ ਸਾਡੇ ਕੋਲ ਤਾਂ 3 ਸਾਲਾਂ ਦੀ ਕਣਕ ਵੀ ਪਈ ਆ ਤੇ ਸਾਡੇ ਕੋਲੇ 3 ਸਾਲਾਂ ਦਾ ਝੋਨਾ ਵੀ ਪਿਆ, ਬਦਲਵੀਂ ਫਸਲ ਜਿਹੜੀ ਬੀਜੋ। ਤੁਸੀਂ ਸਿਆਣੀ ਗੱਲ ਕੀਤੀ, ਆਪਾਂ ਕੱਲ ਵੀ ਆਖਿਆ ਸੀ। ਹੁਣ ਬੈਨੀਪਾਲ ਸਾਹਿਬ ਹੋਇਆ ਕੀ ਹੈ? ਭਾਰਤ ਦੀ ਪਾਕਿਸਤਾਨ ਨਾਲ ਲੜਾਈ ਲੱਗੇ, ਚੀਨ ਨਾਲ ਲੜਾਈ ਲੱਗੇ, ਪੰਜਾਬੀ ਮੋਰੇ। ਜਿੱਧਰਲੇ ਪਾਸੇ ਬਾਰਡਰ ਕਮਜ਼ੋਰ ਆ, ਉਧਰਲੇ ਪਾਸੇ ਕਦੇ ਲਾਲ ਬਹਾਦਰ ਸ਼ਾਸਤਰੀ ਕਹਿਣ ਕਿ ਭਾਈ ਪੰਜਾਬੀ ਕਿਸਾਨਾਂ ਨੂੰ ਜਾ ਕੇ ਗੁਜਰਾਤ ਦੇ ਸਰਹੱਦੀ ਖੇਤਰ ਦੇ ਵਿੱਚ ਵਸਾਓ, ਭਲਕ ਨੂੰ ਕਿਤੇ ਹਮਲਾ ਹੋਊ ਤਾਂ ਇਹਨਾਂ ਨਾਲੋਂ ਵਧੀਆ ਕੋਈ ਨਹੀਂ। ਫਿਰ ਕਦੇ ਸਾਨੂੰ ਕਹਿੰਦੇ ਆ ਕਿ ਯੂਪੀ ਵਾਲੇ ਪਾਸੇ ਜਾਓ, ਉੱਤਰਾਖੰਡ ਬਾਅਦ ਚ ਬਣਿਆ, ਉਧਰਲੇ ਪਾਸੇ ਜਾਓ, ਜੰਗਲ ਬੜੇ ਆ, ਉੱਥੇ ਜ਼ਮੀਨ ਪੱਧਰੀ ਕਰਨੀ ਬਹੁਤ ਜ਼ਰੂਰੀ ਆ, ਸਾਡੇ ਬੰਦੇ ਉੱਥੇ ਜਾਂਦੇ ਆ। ਕਦੇ ਮੱਧ ਪ੍ਰਦੇਸ਼ ਚ ਜਾਂਦੇ ਆ, ਕਦੇ ਗੁਜਰਾਤ ਚੋਂ ਉਜਾੜ ਦਿਓ, ਕਦੇ ਮੱਧ ਪ੍ਰਦੇਸ਼ ਚੋਂ ਭਜਾ ਦਿਓ, ਕਦੇ ਯੂਪੀ ਵਾਲਿਆਂ ਨੂੰ ਭਜਾ ਦਿਓ ਕਿ ਭਾਈ ਇਹ ਤਾਂ ਜੰਗਲਾਤ ਮਹਿਕਮੇ ਦੀ ਜ਼ਮੀਨ ਹੈ, ਧੱਕਾ ਨਹੀਂ ਤਾਂ ਹੋਰ ਕੀ ਹੈ। ਜਦੋਂ ਪੰਜਾਬ ਦੇ ਪਾਣੀ ਦੀ ਗੱਲ ਆਉਂਦੀ ਹੈ, ਅਸੀਂ ਬਿਲਕੁਲ ਇਨਕਾਰੀ ਨਹੀਂ ਕਿ ਹਰਿਆਣੇ ਦੇ ਲੋਕਾਂ ਨੂੰ ਵੀ ਪਾਣੀ ਦੀ ਲੋੜ ਹੈ, ਉਹਨਾਂ ਦੇ ਵੀ ਨਿੱਕੇ ਨਿਆਣੇ ਆ, ਉਹਨਾਂ ਦੇ ਵੀ ਖੇਤ ਆ, ਪਰ ਕੋਈ ਤਰਕਸੰਗਤ ਫਾਰਮੂਲਾ ਤਾਂ ਹੋਵੇ। ਤੁਸੀਂ ਖੋਲੋ ਗੁਆਂਢੀ ਤੋਂ, ਪਰ ਜਿਹਦੇ ਕੋਲ ਹੋਵੇ ਤਾਂ ਖੋਵੋ। ਤੁਸੀਂ ਜੇ ਉਹਨਾਂ ਦੇ ਘਰੇ 1 ਗਲਾਸ ਪਾਣੀ ਹੈ, ਉਹਦੇ ਵਿੱਚੋਂ ਤੁਸੀਂ 2 ਚੂਲੀਆਂ ਛੱਡ ਕੇ, 2 ਘੁੱਟਾਂ ਛੱਡ ਕੇ ਬਾਕੀ ਸਾਰੀਆਂ ਗੁਆਂਢੀ ਦੇ ਦੋ, ਕੋਈ ਸਿਆਣਪ ਥੋੜੀ ਹੈ। ਪਾਣੀ ਦੇ ਮੁੱਦੇ ਤੇ ਵੀ ਧੱਕਾ ਹੋਇਆ, ਪੰਜਾਬ ਦੇ ਕਿਸਾਨ ਬਾਹਰ ਜਾ ਕੇ ਵਸਾਏ, ਉਸ ਮੁੱਦੇ ਤੇ ਵੀ ਧੱਕਾ ਹੋਇਆ। ਸਾਨੂੰ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਪਾਉਣ ਲਈ ਪਹਿਲਾਂ ਮਜਬੂਰ ਕੀਤਾ ਤੇ ਹੁਣ ਲੱਤਾਂ ਮਾਰੀਆਂ ਜਾ ਰਹੀਆਂ ਨੇ, ਫੇਰ ਧੱਕਾ ਹੋਇਆ। ਜਦੋਂ ਭਾਰਤ ਦੇ ਵਿੱਚ ਖੇਤੀਬਾੜੀ ਫਸਲ ਬੀਮਾ ਯੋਜਨਾ ਬਣਾਈ ਹੈ, ਪੰਜਾਬ ਦੇ ਮੁਤਾਬਕ ਬਣਾਈ ਨਹੀਂ, ਉਹ ਤਾਂ ਮੱਧ ਪ੍ਰਦੇਸ਼ ਦੇ ਮੁਤਾਬਕ ਸੀ, ਉਹ ਤਾਂ ਮਹਾਰਾਸ਼ਟਰ ਦੇ ਮੁਤਾਬਕ ਸੀ, ਉਹ ਤਾਂ ਯੂਪੀ ਦੇ ਮੁਤਾਬਕ ਸੀ, ਜਿੱਥੇ ਪੂਰੇ ਹੜ ਆਉਂਦੇ ਆ, ਜਿੱਥੇ ਸੋਕਾ ਵੀ ਪੈਂਦਾ। ਜਿਹੜੀਆਂ ਸ਼ਰਤਾਂ ਸੀ ਉਹ ਪੰਜਾਬ ਤੇ ਲਾਗੂ ਹੀ ਨਹੀਂ ਹੁੰਦੀਆਂ, ਇਸੇ ਕਰਕੇ ਸਾਡੀਆਂ ਸਰਕਾਰਾਂ ਨੇ ਕਿਹਾ ਕਿ ਭਾਈ ਸਾਡੇ ਲਾਗੂ ਨਹੀਂ ਹੋਣੀ। ਉਸ ਮੁੱਦੇ ਤੇ ਵੀ ਧੱਕਾ ਹੋਇਆ। ਜੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ
ਨੀਤੀ ਬਣਾਈ ਕਿ ਇੰਨੇ 1000 ਕਰੋੜ ਰੁਪਏ ਰੱਖਾਂਗੇ, ਪੰਜਾਬ ਉਹਦੇ ਵਿੱਚੋਂ ਬਾਹਰ ਹੀ ਰੱਖ ਦਿੱਤਾ। ਕਦੇ ਸਾਨੂੰ ਬਾਰਦਾਨਾ ਨਹੀਂ ਮਿਲਦਾ, ਕਦੇ ਸਾਡੀ ਇੱਥੇ ਜਿਹੜੀ ਕਣਕ ਪਈ ਆ ਸਾਡੇ ਗੋਡਾਊਨਾਂ ਦੇ ਵਿੱਚੋਂ ਚੱਕੀ ਨਹੀਂ ਜਾਂਦੀ, ਅਸੀਂ ਨਵਾਂ ਅਨਾਜ ਰੱਖੀਏ ਕਿੱਥੇ? ਬੈਨੀਪਾਲ ਸਾਹਿਬ ਧੱਕਾ ਇੱਕ ਧੱਕੇ ਤੇ ਧੱਕਾ ਠਾ ਧੱਕਾ ਹੋਈ ਜਾਂਦਾ। ਪਰ ਇਹਦੇ ਬਾਵਜੂਦ ਵੀ ਪੰਜਾਬ ਦੀ ਤਰਾਸਦੀ ਇਹ ਰਹੀ ਕਿ ਨਾ ਤਾਂ ਸਾਡੇ ਅਕਾਲੀ, ਕਾਂਗਰਸੀ, ਭਾਜਪਾਈ, ਕਾਮਰੇਡ, ਆਮ ਆਦਮੀ ਪਾਰਟੀ ਵਾਲੇ, ਖਾਸ ਆਦਮੀ ਪਾਰਟੀ ਵਾਲੇ ਕਦੇ ਪਹਿਲਾਂ ਇਕੱਠੇ ਹੋਏ, ਨਾ ਇਹਨਾਂ ਨੇ ਹੁਣ ਇਕੱਠੇ ਹੋਣਾ। ਹੁਣ ਵੀ ਇੱਕ ਦੂਜੇ ਤੇ ਤੋੜਾ ਝਾੜੀ ਜਾਂਦੇ ਆ। ਪਰ ਦਿਨ ਚੰਦ ਨੇ ਜਿਸ ਤਰੀਕੇ ਗੜਕਰੀ ਸਾਹਿਬ ਨੇ ਆਖਿਆ ਤੇ ਹੁਣ ਜਾਖੜ ਸਾਹਿਬ ਨੇ ਵੀ ਆਖਿਆ ਤੇ ਅਮਨ ਅਰੋੜਾ ਨੇ ਵੀ ਆਖ ਦਿੱਤਾ ਕਿ ਭਾਈ ਕੰਮ ਹੋ ਚੱਲਿਆ, ਘੱਟੋ ਘੱਟ ਕੀਮਤ ਚੱਲੀ ਹੈ, ਹੁਣ ਕੁਝ ਨਹੀਂ ਸਾਡੇ ਪੱਲੇ ਰਹਿਣਾ। ਅਜੇ ਵੀ ਜੇ ਸਾਡੇ ਸਿਆਸਤਦਾਨਾਂ ਨੇ ਇਕੱਠੇ ਹੋ ਕੇ ਫੈਸਲਾ ਲਾਗੂ ਹੋਣ ਤੋਂ ਪਹਿਲਾਂ ਗੱਲ ਅੱਗੇ ਨਾ ਤੁਰੀ ਤਾਂ ਸਮਝ ਲਓ ਕਿ ਪੰਜਾਬ ਵਾਲੇ ਭਾਂਡੇ ਵੇਕੇ ਪਏ ਆ। ਬਾਤ ਆ ਰਹੀਆਂ ਸੀ ਕਿ ਚਲੋ ਭਾਈ ਕਿਸਾਨਾਂ ਦੀ ਗੱਲ ਹੈ, ਕਿਸਾਨ ਵੀ ਕਢਾਏ ਕਰਦੇ ਹੋ ਕਰਦੇ। ਹੁਣ ਇੱਕ ਗੱਲ ਤੁਸੀਂ ਚੇਤਾ ਰੱਖਿਓ ਕਿ 3 ਆਰਡੀਨੈਂਸ ਨੇ। ਜਿਹੜਾ ਤੀਸਰਾ ਆਰਡੀਨੈਂਸ ਆ ਜਾਂ ਸੋਧ ਵਾਲਾ ਮਸਲਾ ਹੈ ਉਹ ਸੀਗਾ ਕਿ ਜ਼ਰੂਰੀ ਵਸਤਾਂ, ਪਹਿਲਾਂ ਸੀ ਕਿ ਬਹੁਤ ਸਾਰੀਆਂ ਖੰਡ ਹੋ ਗਿਆ, ਤੇਲ ਹੋ ਗਿਆ, ਤੁਸੀਂ ਜਮਾ ਨਹੀਂ ਕਰ ਸਕਦੇ ਇੱਕ ਕੋਟੇ ਤੋਂ ਵੱਧ, ਭੰਡਾਰ ਨਹੀਂ ਕੀਤਾ ਜਾ ਸਕਦਾ। ਹੁਣ ਉਸ ਆਰਡੀਨੈਂਸ ਦੇ ਵਿੱਚ ਕਰ ਲਓ ਭੰਡਾਰ। ਜੇ ਸਰਕਾਰ ਨੂੰ ਲੱਗੂਗਾ ਕਿ ਭੰਡਾਰ ਦੇ ਗਲਤ ਨਤੀਜੇ ਆ ਤਾਂ ਕਿਤੇ ਐਮਰਜੈਂਸੀ ਵੇਲੇ ਉਹ ਕਹਿਣਗੇ ਕਿ ਭੰਡਾਰ ਨਹੀਂ ਕਰਨਾ। ਉਹਦਾ ਸਿੱਧਾ ਭਾਵ ਇਹ ਨਿਕਲਣਾ ਕਿ ਪ੍ਰਾਈਵੇਟ ਬੰਦੇ ਕਿਸਾਨ ਤੋਂ ਮੰਨ ਲਓ ਆਲੂ ਖਰੀਦ ਲੈ ਜੀ, ਸਟੋਰ ਕਰ ਲੈ, 2 ਰੁਪਏ ਨੂੰ ਕਿਲੋ ਆਲੂ ਖਰੀਦ ਲੈ। ਹੁਣ ਜਦੋਂ 5 ਬੰਦਿਆਂ ਦੇ ਕੋਲੇ ਸਾਰੀ ਮੰਨ ਲਓ ਕਿ ਆਲੂ ਦੀ ਸਟੋਰੇਜ ਆ ਗਈ, ਉਹ ਅੱਗੋਂ ਬੇਸ਼ੱਕ 25 ਦੇ ਵੇਚਣ, ਮਨਮਰਜ਼ੀ ਕਰਨਗੇ। ਕਿਸਾਨ ਨੇ ਤਾਂ ਮੰਡੀ ਰੋਜ਼ ਹੀ ਲੈ ਜਾਣੀ ਸੀ, ਮੰਡੀ ਦੇ ਵਿੱਚ ਭਾਅ ਘਟ ਜਾਣਾ ਸੀ। ਆਮ ਜਿਹੜਾ ਬੰਦਾ ਆਲੂ ਖਰੀਦ ਕੇ ਉਹਦੀ ਸਬਜ਼ੀ ਬਣਾਉਂਦਾ, ਪਰੌਂਠੇ ਬਣਾਉਂਦਾ, ਉਸ ਬੰਦੇ ਨੂੰ ਉਹ 2 ਵਾਲੇ 5 ਰੁਪਏ ਨੂੰ ਮਿਲ ਜਾਂਦੇ ਸੀ। ਪਰ ਅਗਲਿਆਂ ਨੇ ਜਦੋਂ ਆਪਸ ਦੇ ਵਿੱਚ ਸਲਾਹ ਕਰਕੇ 2-2 ਟਰੱਕ ਹੀ ਰੋਜ਼ ਇੱਕ ਸ਼ਹਿਰ 'ਚ ਭੇਜੇ, ਉਹ ਤਾਂ ਫਿਰ 25 ਦੇ ਹੀ ਵਿਕਣੇ ਆ। ਫਿਰ ਤੁਸੀਂ 25 ਦੇ ਆਲੂ ਲੈ ਕੇ ਪਰੌਂਠੇ ਤਾਂ ਖਾਣੋ ਰਹੇ। ਇਹ ਜਿਹੜਾ ਤੀਸਰਾ ਆਰਡੀਨੈਂਸ ਹੈ ਉਹਦਾ ਸਿੱਧਾ ਪ੍ਰਭਾਵ ਜਿਹੜਾ ਘਰੇਲੂ ਬੰਦੇ ਤੇ ਪੈਣਾ, ਆਮ ਖਪਤਕਾਰ ਤੇ ਪੈਣਾ, ਕੰਜ਼ਿਊਮਰ ਤੇ ਪੈਣਾ, ਜਿਹੜਾ ਐਗਰੀਕਲਚਰ ਦੇ ਨਾਲ, ਖੇਤੀਬਾੜੀ ਦੇ ਨਾਲ ਸੰਬੰਧਿਤ ਨਹੀਂ ਉਹਦੇ ਤੇ ਪੈਣਾ। ਤੁਸੀਂ ਤਿਆਰ ਹੋ ਜਾਓ ਬਸ ਜੀ। ਕੰਨ ਫੜਾ ਕੇ ਡੰਡੇ ਪੈਂਦੇ ਹੁੰਦੇ ਨੇ ਸਕੂਲਾਂ 'ਚ, ਬਿਲਕੁਲ ਉਦਾਂ ਦੀ ਸਥਿਤੀ ਹੋਣੀ ਹੈ। ਨਾਲੇ ਕਈਆਂ ਨੇ ਥੋੜਾ ਹੋਰ ਉੱਚਾ ਹੋ, ਹਾਂ ਥੋੜਾ ਜਿਹਾ ਜਾਣੀ ਅਗਲਾ ਕਦੀ ਇੱਕ ਲੱਤ ਤੇ ਕਦੀ ਦੂਸਰੀ ਲੱਤ ਤੇ। ਹੁਣ ਬੈਨੀਪਾਲ ਸਾਹਿਬ ਇਹਦੇ ਤੋਂ ਇਲਾਵਾ ਜੀ ਹੁਣ ਅਸੀਂ ਬਹੁਤ ਕੁਝ ਦੇਖਿਆ। ਦੇਖੋ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਮੰਡੀ ਦੇ ਵਿੱਚ ਤੁਹਾਨੂੰ ਭਾਅ ਵੀ ਮਿਲੂਗਾ, ਤੁਹਾਡੀ ਫਸਲ ਵੀ ਖਰੀਦਾਂਗੇ। ਪਰ ਤੁਹਾਡੇ ਕੋਲੇ 5-7 ਉਦਾਹਰਨਾਂ ਨੇ। ਬੈਨੀਪਾਲ ਸਾਹਿਬ ਕੋਈ ਵੇਲਾ ਹੁੰਦਾ ਸੀ, ਆਪਾਂ ਇਮਲੀ ਖਰੀਦ ਕੇ ਲਿਆਉਂਦੇ ਸੀ, ਅੰਬੀਆਂ ਲਿਆਉਂਦੇ ਸੀ, ਅੰਬੀਆਂ ਦੀ ਜਾਂ ਇਮਲੀ ਦੀ ਚਟਣੀ ਬਣਾਉਂਦੇ ਸੀ ਜੀ। ਉਹਦੇ ਤੋਂ ਬਾਅਦ ਸੌਸ ਆ ਗਿਆ, ਕੈਚਅਪ ਆ ਗਈ, ਪਤਾ ਨਹੀਂ ਕਿਹੜੇ ਕਿਹੜੇ ਨਾਂ ਨੇ। ਇਮਲੀ ਵਾਲਾ ਕੰਮ ਛੁੱਟ ਗਿਆ, ਬਹੁਤੇ ਘਰਾਂ ਦੇ ਵਿੱਚੋਂ ਅੰਬੀਆਂ ਵਾਲਾ ਕੰਮ ਛੁੱਟ ਗਿਆ। ਕਦੇ ਸਾਈਕਲ ਭਾਰਤ ਦੇ ਵਿੱਚ ਸਵਦੇਸ਼ੀ ਬਣਦੇ ਸੀ, ਸਾਡੀਆਂ ਛੋਟੀਆਂ ਯੂਨਿਟ ਸੀ। ਹੁਣ ਜਦੋਂ ਚਾਈਨਾ ਤੋਂ ਸਮਾਨ ਆਉਣ ਲੱਗ ਪਿਆ, ਬਲਕ ਦੇ ਵਿੱਚ ਬਾਹਰੋਂ ਆਉਣ ਲੱਗ ਪਿਆ, ਵੱਡੀਆਂ MNCs ਨੇ ਆਪਣੇ ਕੰਮ ਲਾਤੇ, ਸਾਡਾ ਛੋਟਾ ਉਦਯੋਗ ਖਤਮ ਹੋ ਗਿਆ। ਬਟਾਲੇ ਦੀ ਸਨਅਤ ਦੇ ਵਿੱਚੋਂ ਕਦੇ ਚਿਮਨੀਆਂ ਚੋਂ ਧੂਆਂ ਨਿਕਲਦਾ ਸੀ, ਅੱਜ ਕਿੱਥੇ ਹੈ? ਤੁਸੀਂ ਮੰਡੀ ਗੋਬਿੰਦਗੜ੍ਹ ਜਾਂ ਆਸ-ਪਾਸ ਰਹਿਣ ਵਾਲੇ ਹੋਵੋਗੇ, ਕੰਮਕਾਰ ਕਰਦੇ ਹੋਵੋਗੇ, ਕਿੰਨੀਆਂ ਫੈਕਟਰੀਆਂ ਬੰਦ ਹੋ ਗਈਆਂ। ਜੇ ਵੱਡੇ ਉਦਯੋਗਪਤੀਆਂ ਨੇ ਛੋਟਾ ਉਦਯੋਗਪਤੀ ਖਾ ਲਿਆ, ਜੇ ਵੱਡੇ ਜਿਹੜੇ ਸ਼ਾਪਿੰਗ ਕੰਪਲੈਕਸ ਆ ਗਏ, ਵੱਡੇ ਜਿਹੜੇ ਰਿਟੇਲਰ ਆ ਗਏ, ਉਹਨਾਂ ਨੇ ਜੇ ਛੋਟੇ ਸਾਡੇ ਕਰਿਆਨੇ ਵਾਲੇ ਖਾ ਲਏ, ਇਦਾਂ ਹੀ ਵੱਡੇ ਵਪਾਰੀਆਂ ਨੇ ਆਉਣਾ ਹੈ। ਉਹਨਾਂ ਨੇ 100 ਪਿੰਡ ਦੀ ਜ਼ਮੀਨ ਇੱਕ ਜਗ੍ਹਾ ਦੇ ਉੱਤੇ ਕਰਨੀ ਹੈ। ਇਹ ਗੱਲ ਮੰਨ ਕੇ ਚੱਲਿਓ, ਇਹ ਗੱਲ ਲਿਖ ਲਓ। ਕੰਮ ਤੁਸੀਂ ਹੀ ਕਰੋਗੇ, ਖੇਤ ਤੁਹਾਡਾ ਹੋਊਗਾ। ਹੁਣ ਬੈਨੀਪਾਲ ਸਾਹਿਬ ਜਦੋਂ ਵੱਡਾ ਵਪਾਰੀ ਆ ਗਿਆ ਨਾ, ਆੜਤੀਆ ਨਹੀਂ ਉੱਥੇ ਰਹੂਗਾ, ਆੜਤੀਆ ਤਾਂ ਕੰਮ ਖਤਮ ਹੋ ਜਾਣਾ। ਹੁਣ ਜਿਸ ਤਰੀਕੇ ਖੁੱਲੀ ਮੰਡੀ ਦਾ ਆਰਡਰ ਦਿੱਤਾ, ਇੱਕ ਦੇਸ਼ ਤੇ ਇੱਕ ਮੰਡੀ ਦੇ ਨਾਂ ਹੇਠ ਪ੍ਰਾਈਵੇਟ ਮੰਡੀਆਂ ਜਿਹੜੀਆਂ ਕਿ ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਪਹਿਲੇ ਓਪਨ ਕਰ ਚੁੱਕੀ ਹੈ, ਜਦੋਂ ਉਹ ਪ੍ਰਾਈਵੇਟ ਮੰਡੀਆਂ ਪੰਜਾਬ ਦੇ ਵਿੱਚ ਵੀ ਆ ਗਈਆਂ, ਜਿਹੜੇ ਸਾਡੇ ਆੜਤੀਏ ਭਾਈਚਾਰੇ ਦੇ ਲੋਕ ਨੇ, ਤੁਸੀਂ ਮਤ ਸਮਝਿਓ ਕਿ ਕਿਸਾਨ ਪਹਿਲਾਂ ਆਉਂਦਾ ਹੈ, ਸਲੂਟ ਤੁਹਾਨੂੰ ਮਾਰਦਾ ਹੈ, ਕਿਉਂਕਿ ਤੁਹਾਨੂੰ ਪਤਾ ਹੁੰਦਾ ਮੇਰੇ ਕੋਲ ਨਹੀਂ ਤਾਂ ਗੰਗਾ ਰਾਮ ਜੀ ਦੇ ਕੋਲੇ ਚਲ ਜੂ, ਨਹੀਂ ਤਾਂ ਸ਼ਰਮਾ ਸਾਹਿਬ ਦੇ ਕੋਲੇ ਚਲੇ ਜਾਊ। ਹੋਰ ਕਿਸਾਨ ਨੇ ਕਿੱਥੇ ਚਲੇ ਜਾਣਾ ਹੈ? ਕਿਉਂਕਿ ਫਸਲ ਤਾਂ ਉਹਨੇ ਆਪਣੀ ਮੰਡੀ ਦੇ ਵਿੱਚ ਹੀ ਸੁੱਟਣੀ ਆ ਕੇ, ਉੱਥੇ ਹੀ ਵੇਚਣੀ ਆ ਕੇ। ਸਭ ਤੋਂ ਪਹਿਲਾ ਕੰਮ ਆੜਤੀਏ ਦਾ ਖਤਮ ਹੋਣਾ ਹੈ। ਆੜਤੀਏ ਦੇ ਨਾਲ ਸਾਡੇ ਮੁਨੀਮ ਭਾਈਚਾਰੇ ਦੇ ਲੋਕ ਨੇ, ਸਾਡੇ ਮਜ਼ਦੂਰ ਨੇ, ਉੱਥੇ ਪਾਂਡੀ ਨੇ, ਕੰਮ ਉਹਨਾਂ ਦਾ ਖਤਮ ਹੋਣਾ ਹੈ। ਉਹਦੇ ਤੋਂ ਬਾਅਦ ਫੇਰ ਮੰਡੀ ਖਤਮ ਹੋਣੀ ਹੈ। ਬੈਨੀਪਾਲ ਸਾਹਿਬ ਹੋਇਆ ਸੀ ਇਦਾਂ, ਛੋਟੇ ਢਾਬੇ ਸੀ, ਵੱਡੀਆਂ ਚੇਨਸ ਆ ਗਈਆਂ, ਫਰੈਂਚਾਈਜ਼ੀ ਆ ਗਈਆਂ। ਉਹਦੇ ਤੋਂ ਬਾਅਦ ਛੋਟੇ ਕੰਮ ਬਹੁਤ ਸਾਰੇ ਖਤਮ ਹੋ ਗਏ। ਅੱਜ ਬੰਦਾ ਕਹਿੰਦਾ ਯਾਰ ਉੱਥੋਂ ਚੱਲਦੇ ਆ, ਦਾਲਾਂ ਬੜੀਆਂ ਸਾਫ਼ ਮਿਲਦੀਆਂ, ਪੈਕ ਕੀਤੀਆਂ ਹੁੰਦੀਆਂ, ਲਾਲਾ ਜੀ ਕੋ ਕੀ ਲੈਣੀ, ਇਹਨਾਂ ਦੀ ਸੁਸਰੀ ਲੱਗੀ ਹੁੰਦੀ ਕਈ ਵਾਰੀ। ਕਿੰਨਾ ਕੰਮ ਖਤਮ ਹੋਇਆ, ਕਿੰਨਾ ਪ੍ਰਭਾਵ ਪਿਆ। ਇਦਾਂ ਹੀ ਜਦੋਂ ਵੱਡਾ ਵਪਾਰੀ ਆਇਆ, ਛੋਟਾ ਵਪਾਰੀ ਖਤਮ ਹੋਣਾ ਹੈ। ਛੋਟਾ ਵਪਾਰੀ ਆੜਤੀਆ ਖਤਮ ਹੋਇਆ ਤਾਂ ਸਰਕਾਰੀ ਮੰਡੀ ਖਤਮ ਹੋਣੀ ਹੈ। ਜਦੋਂ ਸਰਕਾਰੀ ਮੰਡੀ ਖਤਮ ਹੋ ਗਈ ਤਾਂ ਸਮਝ ਲਓ ਕਿ ਆਪਣੇ ਆਪ ਦੇ ਵਿੱਚ ਹੀ ਕਿਸਾਨ ਜਿਹੜਾ ਉਹ ਟੰਗਿਆ ਗਿਆ। ਹੁਣ ਜਿਹੜਾ ਵਿਸ਼ਵ ਵਪਾਰ ਸਮਝੌਤਾ ਹੈ ਜੀ, ਸਾਨੂੰ ਬਹੁਤਾ ਚੇਤਾ ਨਹੀਂ ਰਹਿੰਦਾ। ਸਾਨੂੰ ਤਾਂ ਪੰਚਾਇਤੀ ਮਤੇ ਦਾ ਵੀ ਚੇਤਾ ਨਹੀਂ ਰਹਿੰਦਾ ਕਿ ਪਿਛਲੀ ਵਾਰੀ ਕੀ ਪਾਇਆ ਸੀ, ਸਾਡੀ ਕਿਹੜੀ ਸ਼ਾਮਲਾਟ ਦੀ ਜ਼ਮੀਨ ਹੈ ਤੇ ਕਿਹੜੀ ਛੱਪੜ ਵਾਲੀ ਜ਼ਮੀਨ ਹੈ ਤੇ ਕਿੱਥੇ ਸਾਡਾ ਬੰਨਾ। ਹੁਣ ਵਿਸ਼ਵ ਵਪਾਰ ਸਮਝੌਤੇ ਦੇ ਵਿੱਚ ਕੁਝ ਮਦਾਂ ਸੀ ਕਿ ਭਾਈ ਸਰਕਾਰੀ ਖਰੀਦ ਖਤਮ ਕਰੋ,
ਸਰਕਾਰੀ ਜਿਹੜਾ ਮੁੱਲ ਨਿਰਧਾਰਨ ਕਰਦੇ ਆ ਖਤਮ ਕਰੋ, ਇਹਨੂੰ ਵਿਸ਼ਵ ਦੀ ਮੰਡੀ ਦੇ ਨਾਲ ਜੋੜੋ। ਉਹ ਸਿੱਧੇ ਤੌਰ ਦੇ ਉੱਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਦੇ ਹੱਕ 'ਚ ਹੈ, ਭਾਰਤ ਵਰਗੇ ਮੁਲਕਾਂ ਦੇ ਹੱਕ 'ਚ ਹੀ ਨਹੀਂ। ਪਰ ਸਾਡੇ ਜਿਹੜੇ ਵੱਡੇ ਸਰਮਾਏਦਾਰ ਆ, ਸਾਡੇ ਜਿਹੜੇ ਸਿਆਸਤਦਾਨ ਨੇ, ਸਾਡੇ ਜਿਹੜੇ ਵੱਡੇ ਅਧਿਕਾਰੀ ਆ, ਉਹਨਾਂ ਦੇ ਪਿਆਦੇ ਬਣ ਗਏ ਕਿ ਭਾਈ ਕੋਈ ਗੱਲ ਨਹੀਂ, ਆਉਣ ਦਿਓ। ਇਹ ਗੱਲ ਸਮਝ ਲੈਣੀ ਚਾਹੀਦੀ ਆ ਭਾਰਤ ਦੇ ਵੱਡੇ ਵਪਾਰੀਆਂ ਨੂੰ ਕਿ ਜਦੋਂ ਵੱਡੀਆਂ ਕੰਪਨੀਆਂ ਆਈਆਂ, ਉਹਨਾਂ ਨੇ 4-4 ਸੂਬਿਆਂ ਦੀ ਮੰਡੀ ਦੇ ਉੱਤੇ ਕਬਜ਼ਾ ਕੀਤਾ। ਤੁਸੀਂ ਉਹਨਾਂ ਦੇ ਹਿੱਸੇਦਾਰ ਤਾਂ ਹੋ ਸਕਦੇ ਆ, ਮਾਲਕ ਨਹੀਂ ਹੋ ਸਕਦੇ। ਹੋਣਾ ਕੀ ਹੈ ਕਿ ਜਿਹੜੇ ਆੜਤੀਆ ਭਾਈਚਾਰੇ ਦੇ ਲੋਕ ਨੇ, ਉਹ ਵੱਡੇ ਵਪਾਰੀਆਂ ਦੇ ਕਲਰਕ ਬਣ ਕੇ ਰਹਿ ਜਾਣਗੇ। ਕਿਸਾਨ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣ ਕੇ ਰਹਿ ਜਾਊਗਾ। ਮਜ਼ਦੂਰ ਜਿਹੜਾ ਪਹਿਲਾਂ ਕਿਸਾਨ ਤੋਂ ਕੰਮ ਕਰਦਾ ਸੀ, ਦਿਹਾੜੀ ਦੱਪੇ ਦੇ ਨਾਲ ਕਦੇ ਆਲੂ ਲੈ ਜਾਣੇ, ਕਦੇ ਕਣਕ ਲੈ ਜਾਣੀ, ਕਦੇ ਕੁਛ ਲੈ ਜਾਣਾ, ਉਹ ਮਜ਼ਦੂਰ ਨੂੰ ਉਸ ਖੇਤ ਦੇ ਵਿੱਚ ਮਜ਼ਦੂਰੀ ਤਾਂ ਮਿਲੂਗੀ, ਪਰ ਜੇ ਕਹੀਏ ਕਿ ਆਲੂ ਦੀ ਇੱਕ ਬੱਟੀ ਚੱਕ ਕੇ ਲੈ ਜਾਣੀ ਆ ਤਾਂ ਭੁੱਲ ਜਾਓ। ਕੁੱਲ ਮਿਲਾ ਕੇ ਬੈਨੀਪਾਲ ਸਾਹਿਬ, ਸਾਡੇ ਕੋਲੇ ਉਦਯੋਗ ਹੈ ਨਹੀਂ, ਰੁਜ਼ਗਾਰ ਉਹਦੇ ਵਿੱਚੋਂ ਮੁੱਕ ਗਿਆ। ਇੱਕੋ ਇੱਕ ਖੇਤੀਬਾੜੀ ਰਹਿ ਗਈ ਸੀ। ਖੇਤੀਬਾੜੀ ਹੁਣ ਖੁੱਲੀ ਮੰਡੀ ਨੇ, ਇੱਕ ਦੇਸ਼ ਇੱਕ ਮੰਡੀ ਨੇ, ਫਸਲਾਂ ਦੇ ਘੱਟੋ ਘੱਟ ਮੁੱਲ ਦੇ ਖਤਮ ਹੋਣ ਨੇ, ਸਰਕਾਰੀ ਮੰਡੀ ਖਤਮ ਹੋਣ ਨੇ, ਰੋਲ ਕੇ ਰੱਖ ਦੇਣੀ ਹੈ। ਸਾਰੀ ਦੁਨੀਆ 'ਚ ਕੁਛ ਨਾ ਕੁਛ ਹੈਗਾ। ਸਿੰਗਾਪੁਰ ਦੇ ਕੋਲੇ ਸਮੁੰਦਰੀ ਇਲਾਕਾ ਹੈ, ਬਹੁਤ ਸਾਰੇ ਸ਼ਿਪ ਆਉਂਦੇ ਆ, ਅਗਲਿਆਂ ਨੂੰ ਟੈਕਸ ਕਿਰਾਇਆ ਦੇ ਕੇ ਜਾਂਦੇ ਆ, 4 ਪੈਸੇ ਵਟ ਲੈਂਦੇ ਆ। ਬਹੁਤ ਸਾਰੇ ਮੁਲਕ ਨੇ ਟੂਰਿਜ਼ਮ ਦੇ ਸਿਰ ਤੇ ਚੱਲਦੇ ਆ। ਅਰਬ ਦੇਸ਼ਾਂ ਦੇ ਕੋਲੇ ਤੇਲ ਹੈਗਾ, ਯੂਰਪੀਅਨ ਦੇਸ਼ਾਂ ਦੇ ਕੋਲੇ ਬਹੁਤ ਕੁਝ ਹੈਗਾ, ਚਾਈਨਾ ਦੇ ਕੋਲੇ ਇੰਡਸਟਰੀ ਹੈਗੀ ਆ। ਪੰਜਾਬ ਦੇ ਪੱਲੇ ਕੀ ਹੈ ਜੇ ਸਾਡੀ ਖੇਤੀਬਾੜੀ ਵੀ ਚਲੇਗੀ? ਉਦਯੋਗ ਸਾਡੇ ਕੋਲੇ ਪਹਿਲਾਂ ਨਹੀਂ, ਪਾਣੀ ਸਾਡੇ ਪੱਲੇ ਨਹੀਂ, ਟੂਰਿਜ਼ਮ ਅਸੀਂ ਡਿਵੈਲਪ ਨਹੀਂ ਕਰ ਸਕੇ। ਇੱਕ ਉਸ ਮੁਲਕ ਦੇ ਨਾਲ ਸਾਡਾ ਹੱਥ ਬੰਨਾ ਲੱਗਦਾ ਜਿਹਦੇ ਨਾਲ ਤੀਸਰੇ ਦਿਨ ਚਪੇੜੀ ਹੁੰਨੇ ਰਹਿੰਦੇ ਆ। ਇਸ ਕਰਕੇ ਪੰਜਾਬ ਦੇ ਲਈ ਆਉਣ ਵਾਲਾ ਸਮਾਂ ਖਤਰੇ ਦਾ ਹੈ। ਖਪਤਕਾਰ ਦੇ ਲਈ ਵੀ, ਸਧਾਰਨ ਬੰਦੇ ਲਈ ਵੀ, ਦਿਹਾੜੀਦਾਰ ਲਈ ਵੀ, ਆੜਤੀਏ ਲਈ ਵੀ, ਵਪਾਰੀ ਲਈ ਵੀ, ਉਦਯੋਗਪਤੀ ਲਈ ਵੀ ਤੇ ਕਿਸਾਨ ਲਈ ਤਾਂ ਹੈਗਾ।